ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਵਿਸ਼ਵ ਨਾਮਧਾਰੀ ਸਾਧ ਸੰਗਤ, ਸਤਿ ਸ੍ਰੀ ਅਕਾਲ। ਗੁਰਬਰ ਅਕਾਲ। ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਨਾਮਧਾਰੀ ਜੋ ਸ਼ਬਦ ਹੈ ਉਸ ਦੇ ਕੀ ਅਰਥ ਹਨ। ਪੂਰਾ ਤਾਂ ਵਿਸਥਾਰ ਸਹਿਤ ਨਹੀਂ ਜਾ ਸਕੇ ਕਿਉਂਕਿ ਸਮੇਂ ਦੀ ਬੰਦਿਸ਼ ਕਰਕੇ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਉਸ ਦਾ ਵਿਖਿਆਨ, ਉਸ ਦੀ ਵਿਚਾਰ ਵਟਾਂਦਰੇ ਕੀਤੇ। ਨਾਮਧਾਰੀ ਜੋ ਸ਼ਬਦ ਹੈ, ਜਿਵੇਂ ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ ਇਸ ਦੇ ਦੋ ਰੂਪ ਹਨ। ਇੱਕ ਨਿਰਗੁਣ ਰੂਪ ਹੈ, ਦੂਸਰਾ ਸਰਗੁਣ ਰੂਪ ਹੈ। ਜੋ ਆਪਾਂ ਇਸ ਅਸਥਾਨ ਦੇ ਉੱਤੇ ਜਿਸ ਤਰ੍ਹਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦੇ ਹਾਂ, ਉਸ ਨੂੰ ਸਰਗੁਣ ਸਰੂਪ ਕਿਹਾ ਜਾਂਦਾ ਹੈ। ਸਰਗੁਣ ਸਰੂਪ ਦੇ ਵਿੱਚ ਉਸ ਨਾਮ ਦੀ ਮਹਿਮਾ, ਗਾਨ, ਵਡਿਆਈ, ਜਾਪ, ਸਿਮਰਨ ਕਰਨ ਤੋਂ ਬਾਅਦ ਜਿਹੜੀਆਂ ਸਟੇਜਾਂ, ਜਿਹੜੇ ਸਟੈਪ, ਅਵਸਥਾਵਾਂ ਜਿਵੇਂ ਬਦਲਦੀਆਂ ਹਨ ਅਤੇ ਜਿਹੜੀਆਂ ਉਹਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਰੁਕਾਵਟਾਂ ਆਉਂਦੀਆਂ ਹਨ, ਅੱਜ ਆਪਾਂ ਉਹਨਾਂ ਦੇ ਉੱਤੇ ਵਿਚਾਰ ਕਰਾਂਗੇ। ਸਰਗੁਣ ਦੇ ਵਿੱਚ ਜਾਪ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ ਕਿਸ ਤਰ੍ਹਾਂ ਆਪਾਂ ਉਹ ਜੋ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ, ਜਿਸ ਨੂੰ ਗੁਰੂ ਪਾਤਸ਼ਾਹ ਬਾਰ-ਬਾਰ ਆਖਰੀ ਅਵਸਥਾ ਕਹਿੰਦੇ ਹਨ, ਜਿਸ ਨੂੰ ਚੌਥਾ ਪਦ ਵੀ ਕਿਹਾ ਜਾਂਦਾ, ਤੁਰੀਆ ਅਵਸਥਾ ਵੀ ਕਿਹਾ ਜਾਂਦਾ, ਬਹੁਤ ਲਫ਼ਜ਼ ਸੱਚਖੰਡ ਕਿਹਾ ਜਾਂਦਾ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਹਜ਼ਾਰਾਂ ਲਫ਼ਜ਼ ਹਨ ਜਿਨ੍ਹਾਂ ਦੇ ਨਾਲ ਉਸ ਆਖਰੀ ਅਵਸਥਾ ਨੂੰ ਬਿਆਨ ਕੀਤਾ ਗਿਆ। ਸੋ ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਕਿ ਸਿਮਰਨ ਚੁਖਰੇ ਦਾ ਕਰਦਿਆਂ ਪਹਿਲਾਂ ਰਸਨਾ ਰਾਹੀਂ, ਉਸ ਤੋਂ ਬਾਅਦ ਗਲੇ ਰਾਹੀਂ, ਉਸ ਤੋਂ ਬਾਅਦ ਹਿਰਦੇ ਰਾਹੀਂ, ਤਿੰਨ ਅਵਸਥਾ ਆਪਾਂ ਵਿਚਾਰ ਕੀਤੀਆਂ ਸਨ, ਪਰ ਬਹੁਤ ਵਿਸਥਾਰ ਨਾਲ ਨਹੀਂ। ਅੱਜ ਥੋੜ੍ਹਾ ਜਿਹਾ ਸ਼ੁਰੂ ਤੋਂ ਲੈ ਕਰਕੇ ਆਪਾਂ ਵਿਸਥਾਰ ਵਿੱਚ ਉਸ ਨੂੰ ਆਪ ਸਰਬੱਤ ਸੰਗਤਾਂ ਨਾਲ ਸਾਂਝੇ ਕਰਦੇ ਹਾਂ। ਚੁਖਰੇ ਦਾ ਜਿਸ ਵੇਲੇ ਆਪਾਂ ਜਾਪ ਕਰਦੇ ਹਾਂ, ਅਗਰ ਮਾਲਾ ਦੇ ਨਾਲ ਉਸ ਨੂੰ ਕਰਨਾ ਹੋਵੇ ਅਤੇ ਜਿਸ ਤਰ੍ਹਾਂ ਸਭ ਸੰਤ ਜਨ ਕਰਦੇ ਹਨ ਉਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ। ਪਰ ਅਗਰ ਸਵਾਸ ਦੇ ਨਾਲ ਕਰਨਾ ਹੋਵੇ, ਫਿਰ ਉਸ ਦੇ ਨਾਲ ਮਾਲਾ ਦਾ ਜਿਹੜਾ ਸਰਕਲ ਹੈ, ਮਾਲਾ ਦਾ ਜੋ ਸਿਸਟਮ ਹੈ, ਉਹ ਸੈੱਟ ਨਹੀਂ ਬੈਠਦਾ। ਕਿਉਂਕਿ ਸਵਾਸ ਤਾਂ ਆਪਣੀ ਹੀ ਗਤੀ ਦੇ ਨਾਲ ਚੱਲੇਗਾ। ਮਾਲਾ ਜਾਂ ਧਿਆਨ ਜਾਂ ਜਾਪ ਜ਼ਬਾਨ ਦਾ, ਉਸ ਦੀ ਆਪਣੀ ਗਤੀ ਹੋਵੇਗੀ। ਦੋਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਬੈਠੇਗਾ। ਇਸ ਵਾਸਤੇ ਸਰਬੱਤ ਸੰਤ ਜਨ, ਸਾਧ ਸੰਗਤ
ਜਿਸ ਵੇਲੇ ਆਪਾਂ ਸਵਾਸ ਦੇ ਨਾਲ ਕਰਨਾ ਹੈ ਤਾਂ ਮਾਲਾ ਉਸ ਵੇਲੇ ਸਹਾਇਕ ਨਹੀਂ ਹੋਵੇਗੀ। ਮੈਂ ਦੋਨੋਂ ਹੀ ਵਿਧੀਆਂ ਨੂੰ ਪਹਿਲ ਦੇਵਾਂਗਾ ਕਿਉਂਕਿ ਦੋਨੋਂ ਹੀ ਸ੍ਰੇਸ਼ਟ ਹਨ। ਅਗਰ ਸਵਾਸ ਨਾਲ ਚੁਅੱਖਰੇ ਦਾ ਜਾਪ ਕਰਨਾ ਹੈ ਤਾਂ ਉਸ ਵੇਲੇ ਪਾਤਸ਼ਾਹ ਜੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਾਰ-ਬਾਰ ਹਜ਼ਾਰਾਂ ਵਾਰ ਫਰਮਾਨ ਕਰਦੇ ਹਨ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਦੇ ਨਾਲ ਜਦੋਂ ਆਪਾਂ ਸਵਾਸ ਨੂੰ ਅੰਦਰ ਲੈਣਾ ਹੈ ਉਸ ਵੇਲੇ ਵਾਹੇ ਹੇ ਦੀ ਚੋਟ ਨਾਭੀ ਦੇ ਉੱਤੇ ਪੈਣੀ ਚਾਹੀਦੀ। ਜਿਸ ਵੇਲੇ ਸਵਾਸ ਨੂੰ ਅੰਦਰ ਖਿੱਚਣਾ ਹੈ ਤਾਂ ਹੇ ਦੀ ਚੋਟ ਜਿਹੜੀ ਆ ਉਹ ਨਾਭੀ ਦੇ ਉੱਤੇ ਜਿਸ ਵੇਲੇ ਪਵੇਗੀ, ਉਸ ਤੋਂ ਜਦੋਂ ਸਾਹ ਨਾਭੀ ਤੋਂ ਉੱਪਰ ਨੂੰ ਉੱਠੇਗਾ ਉਸ ਵੇਲੇ ਗੁਰੂ ਜੋ ਸ਼ਬਦ ਹੈ, ਅੱਗੇ ਦੇ 2 ਅੱਖਰ ਜੋ ਹੈ, ਉਹਨਾਂ ਦਾ ਧਿਆਨ ਦੇ ਨਾਲ ਸਵਾਸ ਦੇ ਵਿੱਚ ਹੀ ਉਚਾਰਨ ਹੋਵੇਗਾ। ਸਵਾਸ ਦੇ ਨਾਲ ਰਸਨਾ ਬੰਦ ਹੋ ਜਾਵੇਗੀ, ਸਿਰਫ ਧਿਆਨ ਹੀ ਉੱਥੇ ਆਪਣਾ ਕੰਮ ਕਰੇਗਾ। ਇਸ ਵਾਸਤੇ ਮਾਲਾ ਦਾ ਅਤੇ ਸਵਾਸ ਦਾ ਦੋਨਾਂ ਦਾ ਕਾਫੀ ਜ਼ਿਆਦਾ ਫਰਕ ਹੈ। ਅਗਰ ਆਪਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਸ ਦਾ ਤਜਰਬਾ ਕਰਨਾ ਹੋਵੇ ਤਾਂ ਦੋਨਾਂ ਨੂੰ ਇਕੱਠੇ ਨਹੀਂ ਕਰ ਸਕਦੇ। ਪਰ ਜੇ ਮਾਲਾ ਦੇ ਨਾਲ ਕੀਤਾ ਜਾਵੇ ਤਾਂ ਮਾਲਾ ਦੇ ਨਾਲ ਆਪਾਂ ਜੋ ਵੀ ਆਪਣਾ ਸਰਕਲ ਬਣਿਆ ਹੋਇਆ ਮਨ ਦਾ, ਉਸੇ ਹਿਸਾਬ ਨਾਲ ਜ਼ਬਾਨ ਦੇ ਨਾਲ ਉਚਾਰਨ ਕਰਕੇ ਆਪਾਂ ਚੁਅੱਖਰੇ ਦਾ ਜਾਪ ਕਰ ਸਕਦੇ। ਇਸ ਵਾਸਤੇ ਦੋਨੋਂ ਹੀ ਆਪਣੇ ਆਪ ਵਿੱਚ ਬਹੁਤ ਵਧੀਆ ਤਰੀਕੇ ਹਨ। ਦੁਨੀਆ ਦੇ ਵਿੱਚ ਧਿਆਨ, ਮੈਡੀਟੇਸ਼ਨ, ਨਾਮ ਸਿਮਰਨ ਵਾਸਤੇ ਸਾਰੇ ਧਰਮਾਂ ਦੇ ਕੁੱਲ ਮਿਲਾ ਕੇ 126-27 ਤਰੀਕੇ ਹਨ। ਪਰ ਇਹ ਜੋ ਸਿਮਰਨ ਦਾ ਤਰੀਕਾ ਹੈ, ਨਾਮ ਦਾ ਤਰੀਕਾ ਹੈ, ਇਹ ਸਾਰੇ ਜਿੰਨੇ ਵੀ ਧਰਮ ਹਨ ਬਹੁਤ ਪੁਰਾਣਾ ਜੁਗਾਂ ਜੁਗੰਤਰਾਂ ਤੋਂ ਚੱਲਿਆ ਆ ਰਿਹਾ ਅਤੇ ਬਹੁਤ ਆਮ ਪਾਪੂਲਰ ਤਰੀਕਾ ਹੈ, ਆਮ ਵਰਤਿਆ ਜਾਣ ਵਾਲਾ ਧਿਆਨ ਦੇ ਵਾਸਤੇ, ਨਾਮ ਦੇ ਵਾਸਤੇ। ਦੂਸਰੇ ਨੰਬਰ ਦੇ ਉੱਤੇ ਜਦੋਂ ਆਪਾਂ ਇਸ ਤਰ੍ਹਾਂ ਬੈਖਰੀ ਬਾਣੀ, ਜਿਸ ਨੂੰ ਅੱਖਰਾਂ ਦੇ ਵਿੱਚ ਆਪਾਂ ਕਹਿੰਦੇ ਹਾਂ, ਮਾਲਾ ਦੇ ਨਾਲ ਜਾਂ ਧਿਆਨ ਦੇ ਨਾਲ, ਸਵਾਸ ਦੇ ਨਾਲ ਜਾਪ ਕਰਦਿਆਂ ਕਰਦਿਆਂ ਹੌਲੀ ਹੌਲੀ ਮਾਲਾ ਜੋ ਹੈ ਉਸ ਦਾ ਸਰਕਲ ਆਪਣੇ ਆਪ ਹੱਥ ਵਿੱਚੋਂ ਬੰਦ ਹੁੰਦਾ ਜਾਂਦਾ। ਮਨ ਧਿਆਨ ਨੂੰ ਪਹਿਲ ਦੇਣਾ ਸ਼ੁਰੂ ਕਰਦਾ। ਹੌਲੀ ਹੌਲੀ ਗਲਾ ਆਪਣੇ ਆਪ ਚੁਅੱਖਰੇ ਦਾ ਜਾਪ ਗਲੇ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਤਜਰਬੇ ਦੇ ਵਿੱਚ ਦੇਖਣ ਨੂੰ ਆਇਆ। ਪਰ ਗਲੇ ਦੀ ਸਪੀਡ, ਗਲੇ ਦੀ ਗਤੀ ਜ਼ਬਾਨ ਨਾਲੋਂ ਬਿਲਕੁਲ ਅਕਸਰ ਵੱਖਰੀ ਹੋ ਜਾਂਦੀ। ਦੇਖਣ ਵਿੱਚ ਇਸ ਤਰ੍ਹਾਂ ਆਇਆ ਕਿ ਹੌਲੀ ਹੌਲੀ ਮਾਲਾ ਹੱਥ ਦੇ ਵਿੱਚੋਂ ਛੁੱਟਣ ਲੱਗ ਪੈਂਦੀ ਹੈ। ਕੁਛ ਸੱਜਣ ਸੰਤ ਲੋਕ ਉਸ ਨੂੰ ਫਿਰ ਉਸੇ ਤਰ੍ਹਾਂ ਹੀ ਦੁਬਾਰਾ ਹਾਂਜੀ ਬਾਰ ਜਿਵੇਂ ਇੱਕ ਇਸ ਤਰ੍ਹਾਂ ਲੱਗਦਾ ਕਿ ਮਾਲਾ ਛੁੱਟ ਜਾਵੇ ਤਾਂ ਸ਼ਾਇਦ ਪਤਾ ਨਹੀਂ ਨਾਮ ਖਤਮ ਹੋ ਜਾਵੇਗਾ, ਪਰ ਇਸ ਤਰ੍ਹਾਂ ਨਹੀਂ ਹੈ। ਮਾਲਾ ਅਗਰ ਗਲੇ ਦੇ ਵਿੱਚ ਜਾਪ ਹੋ ਰਿਹਾ, ਮਾਲਾ ਹੱਥ ਦੇ ਵਿੱਚੋਂ ਕਈ ਵਾਰੀ ਹਾਂਜੀ ਮਿਸਟੇਕ ਨਾਲ, ਗਲਤੀ ਦੇ ਨਾਲ ਜਿਵੇਂ ਆਪਾਂ ਫੇਰਨਾ ਬੰਦ ਕਰ ਦਿੰਦੇ ਹਾਂ, ਪਰ ਗਲੇ ਦੇ ਵਿੱਚ ਜਾਪ ਲਗਾਤਾਰ ਚੱਲਦਾ ਹੈ।
ਉਸ ਵੇਲੇ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਮਾਲਾ ਨੇ ਜੋ ਆਪਣਾ ਰਿਜ਼ਲਟ ਸੀ, ਆਪਣਾ ਜੋ ਨਤੀਜਾ ਸੀ, ਉਸ ਨੂੰ ਗਲੇ ਤੱਕ ਪਹੁੰਚਾ ਦਿੱਤਾ। ਫਿਰ ਗਲੇ ਤੋਂ ਬਾਅਦ ਹੌਲੀ 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 ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਦੇ ਜਾਵਾਂਗੇ, ਤਜਰਬੇ ਦੇ ਨਾਲ ਧਿਆਨ ਅਤੇ ਨਾਮ ਹੁਣ ਦੋਨੋਂ ਵਰਕ ਕਰਨਗੇ, ਜਿਸ ਨੂੰ ਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਸੁਰਤੀ ਕਹਿੰਦੇ। ਸੁਰਤੀ ਕੈ ਮਾਰਗ ਚਲਤ ਕੈ ਉਲਟੀ ਨਦਰ ਪ੍ਰਗਾਸੀ। ਉਸ ਸੁਰਤੀ ਨੂੰ, ਉਸ ਧਿਆਨ ਨੂੰ ਚੌਖਰੇ ਦੇ ਨਾਲ ਮੇਲ ਕਰਕੇ ਹੌਲੀ ਹੌਲੀ ਆਪਾਂ ਜਦੋਂ ਆਪਣੇ ਅੰਦਰ ਉਸ ਨੂੰ ਧਿਆਨ ਕਰਾਂਗੇ, ਮਨ ਕਿਤੇ ਕਿਤੇ ਜਿਵੇਂ ਉਸ ਤੋਂ ਅਗਲੀ ਸਟੇਜ ਨੂੰ ਫੜਨਾ ਸ਼ੁਰੂ ਕਰੇਗਾ। ਪਰ ਇੱਥੇ ਵੀ ਅਕਸਰ ਆ ਕਰਕੇ ਬਹੁਤ ਗੁਰਮੁਖ ਜਨ ਫਿਰ ਉਸੇ ਤਰ੍ਹਾਂ ਜਿਵੇਂ ਮਨ ਗਲਤੀ ਦੇ ਵਿੱਚ ਆ ਜਾਂਦਾ ਹੈ ਕਿ ਪਤਾ ਨਹੀਂ ਅਸੀਂ ਸਿਮਰਨ ਕਰਦੇ ਹਾਂ ਜਾਂ ਨਹੀਂ, ਕਿਉਂਕਿ ਹੌਲੀ ਹੌਲੀ ਜਿਵੇਂ ਆਪਾਂ ਪਹਿਲੀ ਕਲਾਸ ਦੇ ਵਿੱਚ ਕਾਇਦਾ ਪੜ੍ਹਦੇ ਸੀ, ਦੂਸਰੀ ਕਲਾਸ ਦੇ ਵਿੱਚ ਕਾਇਦਾ ਬੰਦ ਹੋ ਜਾਂਦਾ, ਅੱਖਰ ਸ਼ੁਰੂ ਹੋ ਜਾਂਦੇ, ਤੀਸਰੀ ਦਾ ਹੋਰ ਮੈਥਡ ਆ, ਚੌਥੀ ਦਾ ਹੋਰ ਤਰੀਕਾ। ਇਸ ਤਰ੍ਹਾਂ ਜਿਵੇਂ ਜਿਵੇਂ ਸਟੇਜਾਂ ਪਾਰ ਕਰਦੇ ਜਾਵਾਂਗੇ, ਉਹ ਆਪਣੇ ਆਪ ਉਹ ਮਨ ਦੀ ਅਵਸਥਾ ਚੇਂਜ ਹੁੰਦੀ ਜਾਵੇਗੀ। ਇਸ ਵਾਸਤੇ ਇਸ ਚੀਜ਼ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਮੇਨ ਇਹ ਗੱਲ ਮਨ ਦੇ ਵਿੱਚ ਧਿਆਨਯੋਗ ਰੱਖਣੀ ਚਾਹੀਦੀ ਹੈ ਕਿ ਸਾਡਾ ਮਨ ਜੋ ਹੈ ਉਹ ਵਿਚਾਰ ਤੋਂ ਰਹਿਤ ਹੋਇਆ ਹੈ ਜਾਂ ਨਹੀਂ। ਇਹ ਸਭ ਤੋਂ ਵੱਡੀ ਚੀਜ਼ ਹੈ। ਬਾਰ ਬਾਰ ਇਸੇ ਤਰ੍ਹਾਂ ਹੀ ਆਪਣੇ ਮਨ ਦੇ ਵਿੱਚ ਖਿਆਲ ਰੱਖਣਾ। ਕਬੀਰ ਸਾਹਿਬ ਇਹਨਾਂ ਹੀ ਜੋ ਮਨ ਦੀਆਂ ਗਲਤੀਆਂ ਹਨ, ਭੁਲੇਖੇ ਹਨ, ਉਹਨਾਂ ਨੂੰ ਵਿਖਿਆਨ ਕਰਦੇ ਹਨ। ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਥ ਨ ਜਾਏ। ਵੀ ਇਸ ਤਰ੍ਹਾਂ ਪਰਮੇਸ਼ਰ ਦਾ ਜਾਪ ਕਰੋ ਜਿੱਦਾਂ ਕਿ ਆਪਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਅਗਰ ਦੁੱਧ ਨੂੰ, ਦਹੀਂ ਨੂੰ ਜ਼ਿਆਦਾ ਰਿੜਕ ਦਿਆ ਜਾਵੇ ਅਤੇ ਮੱਖਣ ਉਸੇ ਵਿੱਚ ਹੀ ਘੁਲ ਜਾਂਦਾ। ਕਬੀਰ ਸਾਹਿਬ ਕਹਿੰਦੇ ਸਹਿਜ ਬਿਲੋਵਹੁ। ਸਹਿਜ ਬਹੁਤ ਪਿਆਰਾ ਲਫ਼ਜ਼ ਹੈ। ਸਹਿਜ ਦਾ ਮਤਲਬ ਐਨਾਲਿਸਿਸ ਮਾਈਂਡ, ਵਿਸ਼ਲੇਸ਼ਣ ਹੋਣਾ ਚਾਹੀਦਾ ਕਿ ਆਪਣੇ ਅੰਦਰ ਕੀ ਵਾਪਰਿਆ। ਇਸ ਵਾਸਤੇ ਇਹ ਜ਼ਰੂਰੀ ਅਰਜ਼ ਕਰਨੀ ਸੀ ਕਿ ਹਿਰਦੇ ਤੋਂ ਬਾਅਦ ਜੋ ਵੀ ਅਗਲੀ ਅਵਸਥਾ, ਜਿਸ ਨੂੰ ਤੁਰੀਆ ਅਵਸਥਾ ਕਿਹਾ ਜਾਂਦਾ ਹੈ, ਜਿਸ ਨੂੰ ਨਿਰਗੁਣ ਕਿਹਾ ਜਾਂਦਾ, ਨਿਰਗੁਣ ਨਾਮ ਪਰਮੇਸ਼ਰ ਦਾ ਨਿਰਗੁਣ ਸਰੂਪ, ਚੌਖਰੇ ਦਾ ਜੋ ਰੋਲ ਸੀ ਉਹ ਹਿਰਦੇ ਤੱਕ ਹੀ ਸੀ। ਹਿਰਦੇ ਵਿੱਚ ਜਿਸ ਵੇਲੇ ਚੌਖਰਾ ਬਾਰ ਬਾਰ ਆਪਾਂ ਜਾਪ ਕਰਦੇ ਹਾਂ, ਵਿੱਚ ਵਿੱਚ ਇਸ ਤਰ੍ਹਾਂ ਦਾ ਵੀ ਮੌਕਾ ਆਉਂਦਾ ਹੈ ਕਿ ਆਪਣਾ ਮਨ ਹੌਲੀ ਹੌਲੀ ਜਿਵੇਂ ਵਿਚਾਰਾਂ ਤੋਂ ਰਹਿਤ, ਸੁੰਨ ਕਹਿ ਸਕਦੇ ਹਾਂ ਉਸ ਨੂੰ ਆਪਾਂ, ਆਪਣੇ ਆਪ ਉਸ ਅਵਸਥਾ ਵਿੱਚ ਠਹਿਰਨ ਲੱਗਦਾ, ਜਿਸ ਨੂੰ ਪਾਤਸ਼ਾਹ ਤੁਰੀਆ ਅਵਸਥਾ ਕਹਿੰਦੇ ਹਨ, ਜਾਂ ਚੌਥਾ ਪਦ। ਇਸ ਤਰ੍ਹਾਂ ਬਹੁਤ ਨਾਮ ਆਉਂਦੇ ਹਨ ਇਸ ਅਵਸਥਾ ਦੇ। ਤੋ ਗੁਰੂ ਕੀ ਸਾਧ ਸੰਗਤ, ਇਹਨਾਂ ਅਵਸਥਾ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਹੋਰ ਵੀ ਕਈ ਚੀਜ਼ਾਂ ਦਾ ਬਹੁਤ ਖਿਆਲ ਕਰਨਾ ਹੈ। ਜਾਗਰਤ ਸੁਪਨ ਸੁਸ਼ੋਪਤ ਤੁਰਿਆ,
ਆਤਮ ਭੂਪਤ ਕੀਏ ਪੁਰੀਆ। ਆਤਮਾ ਜਿਹੜਾ ਆਪਣੇ ਅੰਦਰ ਹੈ, ਸਰੀਰ ਦੇ ਅੰਦਰ, ਜਾਗਰਤ ਅਵਸਥਾ, ਸੁਪਨ ਅਵਸਥਾ। ਜਾਗਰਤ ਦੇ ਵਿੱਚ ਆਪਾਂ ਬੈਖਰੀ ਬਾਣੀ, ਜਿਸ ਨੂੰ ਦਰਸ਼ਨ ਦੇ ਨਾਲ ਜਾਪ ਕਰਦੇ ਹਾਂ, ਉਸ ਵੇਲੇ ਆਤਮਾ ਅੰਦਰ ਉਸ ਅਵਸਥਾ ਨੂੰ ਦੇਖ ਰਿਹਾ ਹੈ। ਸੁਪਨ ਦੇ ਵਿੱਚ ਵੀ ਆਪਾਂ ਅਗਰ ਜਾਗਰਤ ਦੇ ਵਿੱਚ ਉਸ ਨੂੰ ਇੰਨਾ ਜ਼ਿਆਦਾ ਆਪਾਂ ਪਕਾ ਲੈਂਦੇ ਹਾਂ, ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ, ਤਾਂ ਸੁਪਨੇ ਦੇ ਵਿੱਚ ਵੀ ਆਪਾਂ ਨੂੰ ਉਹ ਹੀ, ਉਸ ਦਾ ਹੀ ਅਕਸ ਦਿਖਾਈ ਦੇਵੇਗਾ। ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਬੀਰ ਸਾਹਿਬ ਕਹਿੰਦੇ ਕਿ ਹੌਲੀ ਹੌਲੀ ਜਾਗਰਤ ਤੋਂ ਬਾਅਦ ਸੁਪਨ ਅਵਸਥਾ ਦੇ ਵਿੱਚ ਵੀ ਉਹੀ ਚਵੱਖਰਾ ਆਪਣੇ ਆਪ ਜਾਪ ਕਰਦਾ ਚਲੇਗਾ। ਤੀਸਰਾ ਸੁਸ਼ੁਪਤੀ, ਬਹੁਤ ਪਿਆਰਾ ਲਫ਼ਜ਼ ਹੈ ਹਿੰਦੀ ਸੰਸਕ੍ਰਿਤ ਦਾ। ਪੰਜਾਬੀ ਕੋਸ਼ ਦੇ ਵਿੱਚ ਇਸ ਨੂੰ ਤੰਦਰਾ ਕਿਹਾ ਜਾਂਦਾ। ਬਹੁਤ ਵਧੀਆ ਅਵਸਥਾ ਹੈ, ਪਰ ਬਹੁਤ ਖਤਰਨਾਕ ਅਵਸਥਾ ਹੈ। ਸ਼ਾਇਦ ਹੀ ਨਾ ਪਤਾ ਹੋਣ ਕਾਰਨ ਬਹੁਤ ਸਾਰੇ ਸੰਤ ਲੋਕ, ਲਗਭਗ 90% ਸੰਤ ਲੋਕ ਇਸੇ ਅਵਸਥਾ ਦੇ ਵਿੱਚ ਹੀ ਆ ਕਰ ਠਹਿਰ ਜਾਂਦੇ ਹਨ। ਸੁਸ਼ੁਪਤੀ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਤੰਦਰਾ ਕਹਿੰਦੇ। ਤੰਦਰਾ ਮਤਲਬ 3 ਦਰਿਆਂ ਦੇ ਵਿੱਚ, 3 ਦਰਵਾਜ਼ਿਆਂ ਦੇ ਵਿੱਚ ਇਹ ਅਵਸਥਾ ਆਪਣਾ ਹਾਲਤ ਮਨ ਦੀ, ਆਤਮਾ ਦੀ ਰਹਿੰਦੀ ਹੈ। 3 ਦਰਵਾਜ਼ੇ ਕਿਹੜੇ ਕਿਹੜੇ ਹਨ? ਜਦੋਂ ਆਪਾਂ ਸੌਂ ਜਾਂਦੇ ਹਾਂ ਜਾਂ ਧਿਆਨ ਕਰਦੇ ਹਾਂ ਜਾਂ ਜਾਪ ਕਰਦੇ ਹਾਂ, ਇਹ ਅਵਸਥਾ ਅਕਸਰ ਆਮ ਹਰ ਇੱਕ ਪ੍ਰਾਣੀ ਦੇ ਉੱਤੇ ਬਹੁਤ ਜਲਦੀ ਉਸ ਨੂੰ ਘੇਰਾ ਪਾ ਲੈਂਦੀ ਹੈ। ਜਾਪ ਕਰਦਿਆਂ ਜਾਂ ਧਿਆਨ ਕਰਦਿਆਂ ਹੋਇਆਂ ਕਈ ਵਾਰੀ ਆਪਾਂ ਅਕਸਰ ਦੇਖਦੇ ਹਾਂ ਕਿ ਆਪਾਂ ਨੂੰ ਕਰਦਿਆਂ ਕਰਦਿਆਂ ਝਪਕੀ ਆ ਜਾਂਦੀ। ਅੰਦਰੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਬੜਾ ਆਨੰਦ ਆ ਰਿਹਾ ਹੈ, ਪਰ ਥੋੜ੍ਹੀ ਥੋੜ੍ਹੀ ਉਹਦੇ ਵਿੱਚ ਜਾਗਰਤ ਵੀ ਹੁੰਦੀ ਹੈ ਅਵਸਥਾ, ਥੋੜ੍ਹੀ ਥੋੜ੍ਹੀ ਉਸ ਅਵਸਥਾ ਦੇ ਵਿੱਚ ਸੁਪਨਾ ਵੀ ਹਲਕਾ ਹਲਕਾ ਆਉਂਦਾ। ਇਸ ਵਾਸਤੇ ਉਸ ਨੂੰ ਅਕਸਰ ਸੁਸ਼ੁਪਤੀ ਅਵਸਥਾ ਨੂੰ, ਖਾਸ ਕਰਕੇ ਮੈਂ ਜੋ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੰਪਰਦਾਵਾਂ, ਮੈਂ ਲਗਭਗ ਸਾਰੀਆਂ ਸੰਪਰਦਾਵਾਂ ਦੇ ਵਿੱਚ ਰਿਹਾ, ਅਕਸਰ ਜੋ ਕਈ ਸਾਧਕ ਲੋਕ ਉਸ ਅਵਸਥਾ ਨੂੰ ਹੀ ਸਮਾਧੀ ਸਮਝ ਲੈਂਦੇ ਹਨ। ਅਸਲ ਵਿੱਚ ਸਮਾਧੀ ਉਸ ਅਵਸਥਾ ਦਾ ਨਾਮ ਨਹੀਂ ਹੈ। ਸਮਾਧੀ ਸਮਧੀ ਸੰਸਕ੍ਰਿਤ ਦਾ ਲਫ਼ਜ਼ ਹੈ, ਬੁੱਧੀ ਦਾ ਸਮ ਹੋ ਜਾਣਾ। ਪਰ ਇੱਥੇ ਆਪਣੇ ਜੋ ਪੰਜਾਬ ਦੇ ਵਿੱਚ ਇਸ ਦੇ ਅਰਥ ਲਾਏ ਜਾਂਦੇ ਹਨ, ਇਹਨਾਂ ਨੇ ਸਮਾਧੀ ਦਾ ਅਰਥ ਜਿਹੜਾ ਮੂਰਛਤ ਸਮਾਧੀ ਨੂੰ ਕਿਹਾ। ਇਹ ਮੂਰਛਤ ਸਮਾਧੀ ਹੈ ਜਿਸ ਨੂੰ ਸੁਸ਼ੁਪਤੀ ਕਿਹਾ ਜਾਂਦਾ। ਸਮਾਧੀ ਦੇ ਵਿੱਚ ਬਹੁਤ ਸ਼ਾਰਪਨੈਸ ਹੁੰਦੀ ਹੈ, ਜਿਸ ਨੂੰ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਹਨ, ਖੰਨਿਓ ਤਿੱਖੀ ਵਾਲਹ ਨਿੱਕੀ ਏਤ ਮਾਰਗ ਜਾਣਾ। ਉਹਦੇ ਵਿੱਚ ਸਮਾਧੀ ਦੇ ਵਿੱਚ ਬਿਲਕੁਲ ਕੋਈ ਵਿਚਾਰ ਨਹੀਂ ਹੁੰਦਾ, ਪਰ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਕਿ ਜਿਵੇਂ ਵਿਚਾਰ ਤੋਂ ਬਿਨਾਂ ਹੋਈਏ,
ਔਰ ਆਪਣੇ ਸਰੀਰ ਦੇ ਅੰਦਰ ਔਰ ਬਾਹਰ ਪੂਰੀ ਦੀ ਪੂਰੀ ਜਾਗਰੂਕਤਾ ਹੋਵੇ, ਹੋਸ਼ ਹੋਵੇ। ਇੰਨੀ ਹਾਂਜੀ ਉਸ ਦੇ ਵਿੱਚ ਸ਼ਾਰਪਨੈਸ ਹੁੰਦੀ ਹੈ, ਜਿਹਨੂੰ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਖੰਡੇ ਨਾਲੋਂ ਤਿੱਖੀ, ਵਾਲ ਨਾਲੋਂ ਨਿੱਕੀ, ਇਹ ਤਾਂ ਮਾਰਗ ਜਾਣਾ। ਕਹਿੰਦੇ ਇਸ ਤਰ੍ਹਾਂ ਦੇ ਰਸਤੇ ਦੇ ਉੱਤੇ ਅਸੀਂ ਜਾਣਾ ਜਿਸ ਨੂੰ ਸਮਾਧੀ ਡਿਫਾਈਨ ਕੀਤਾ ਗਿਆ। ਸੋ ਇਸ ਤਰ੍ਹਾਂ ਜੋ ਸੁਸ਼ੁਪਤੀ ਹੈ, ਜੋ ਪੰਜਾਬ ਦੇ ਸੰਤ ਲੋਕ ਜਾਂ ਸਾਧਕ ਲੋਕ ਜੋ ਜਿਨ੍ਹਾਂ ਨੇ ਹਾਂਜੀ ਇਸ ਦਾ ਵਰਣਨ ਕੀਤਾ, ਕਿਉਂਕਿ ਮੈਂ ਵੀ ਇੱਥੇ ਹੀ ਰਿਹਾ ਹਾਂ, ਇਹਨਾਂ ਨੇ ਇਸ ਤਰ੍ਹਾਂ ਵਰਣਨ ਕੀਤਾ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਪਾਤਸ਼ਾਹ ਜੀ ਟਾਈਮ ਬਹੁਤ ਉੱਪਰ ਹੋ ਚੁੱਕਾ ਹੈ, ਫਿਰ ਕਿਤੇ ਪਰਮੇਸ਼ਰ ਨੇ ਚਾਹਿਆ ਫਿਰ ਆਪਾਂ ਇਸ ਤੋਂ ਅੱਗੇ ਵਿਚਾਰ ਕਰਾਂਗੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਸਤਿ ਸ੍ਰੀ ਅਕਾਲ।